ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਕੁਝ ਸੱਜਣਾ ਨੇ ਮਰਨ ਤੋਂ ਬਾਅਦ ਦੇ ਜੋ ਦ੍ਰਿਸ਼ ਹੈ ਜਮਲੋਕ ਦੇ, ਉਹਨਾਂ ਦਾ ਜਿਹੜਾ ਜ਼ਿਕਰ ਵਾ ਨਾ, ਜਮਲੋਕ ਤੋਂ ਬਾਅਦ ਜਦ ਉਹ ਰੂਹਾਂ ਜਿਹੜੀਆਂ ਵਾਪਸ ਆਪਣੇ ਸਰੀਰ 'ਚ ਆਈਆਂ, ਉਹਨਾਂ ਨੇ ਇਹ ਜਿਹੜੇ ਦ੍ਰਿਸ਼ ਸੀਗੇ ਹਨ ਆਪ ਨਾਲ ਦੇ ਸੰਗੀ ਸਾਥੀਆਂ ਦੇ ਨਾਲ ਸਾਂਝੇ ਕੀਤੇ ਆ। ਸੋ ਮਰਨ ਤੋਂ ਬਾਅਦ ਦੇ ਜਿਹੜੇ ਤਜਰਬੇ ਆ ਜਾਂ ਜੋ ਦ੍ਰਿਸ਼ ਉਹ ਕਿਹੋ ਜਿਹੇ ਹੁੰਦੇ ਆ, ਉਹਦੀ ਇੱਕ ਤਿਲ ਮਾਤਰ ਵਿਚਾਰ ਦਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਵੈਸੇ ਅਸੀਂ ਗੁਰਬਾਣੀ ਦੀ ਨਜ਼ਰ ਦੇ ਵਿੱਚ ਦੇਖੀਏ ਕਿ ਸਾਨੂੰ ਭਾਈ ਗੁਰਦਾਸ ਜੀ ਨੇ ਪਹਿਲਾਂ ਰਾਜੇ ਜਨਕ ਦੀ ਜਿਹੜੀ ਹੈ ਨਾ ਸਾਨੂੰ ਉਦਾਹਰਨ ਦਿੱਤਾ ਹੈਗਾ ਕਿ ਜਿਸ ਦੇ ਬਾਰੇ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਕਿ ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਾਰੇ ਨੇਕ। ਅਤੇ ਜਦੋਂ ਰਾਜਾ ਜਨਕ ਜਿਹੜਾ ਸੀਗਾ ਉਹ ਆਪਣਾ ਸਰੀਰ ਛੱਡ ਕੇ ਆਪਣੀਆਂ ਜਿੰਨੇ ਵੀ ਸੰਗੀ ਸਾਥੀ ਸੀ ਉਹਨਾਂ ਨੂੰ ਨਾਲ ਲੈ ਕੇ ਬਕੁੰਠ ਧਾਮ ਜਾ ਰਹੇ ਸੀ, ਹੈ ਨਾ। ਅਤੇ ਰਸਤੇ ਦੇ ਵਿੱਚ ਜਿਹੜਾ ਲੋਕ ਆਇਆ ਸੀ ਉਸ ਨੂੰ ਹੈ ਨਾ ਜਮਲੋਕ ਆਖਦੇ ਆ। ਸੋ ਜਮਲੋਕ ਦਾ ਜਿਹੜਾ ਦ੍ਰਿਸ਼ ਵਾ ਹੈ ਨਾ, ਉਸ ਨੂੰ ਭਾਈ ਗੁਰਦਾਸ ਜੀ ਨੇ ਜਿਹੜਾ ਵਰਣਨ ਕੀਤਾ ਹੈ ਕਿ ਜੰਮਪੁਰ ਗਿਆ ਪੁਕਾਰ ਸੁਣ, ਬਿਬਲ ਆਵਣ ਜੀ ਨਰ ਕੇ ਨਿਵਾਸੀ, ਧੰਨ ਮਹਾਰਾਜ ਨੂੰ ਆਖਿਆ ਨੇ ਸਭਨਾਂ ਦੀ ਕਰਬੰਦ ਖਲਾਸੀ। ਇਸ ਪੌੜੀ ਦੇ ਅੰਦਰ ਸਾਰੇ ਜਿਹੜੇ ਨਾ ਖਲਾਸੇ ਆ ਭਾਈ ਗੁਰਦਾਸ ਜੀ ਨੇ ਸਾਂਝੇ ਕੀਤੇ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਮਲੋਕ ਇੱਕ ਐਸਾ ਲੋਕ ਆ ਜਿਹੜਾ ਸਾਨੂੰ ਜੋ ਦੁਸ਼ਟ ਪ੍ਰਾਣੀ ਆ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਬਾਰੇ ਜਿਹੜਾ ਹੈ ਨਾ ਸਾਰਾ ਭੇਦ ਖੋਲ੍ਹ ਕੇ ਦੱਸਦਾ ਹੈਗਾ। ਸੋ ਕੁਛ ਪ੍ਰਾਣੀ ਐਸੇ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਜਿਹੜੇ ਤਜਰਬੇ ਹੈਗੇ ਆ ਮਰਨ ਤੋਂ ਬਾਅਦ ਜਿਹੜੇ ਹੈ ਨਾ ਸਾਂਝੇ ਕੀਤੇ ਆ। ਜਿਵੇਂ ਦਾਸ ਜਦ ਬਚਪਨ ਦੇ ਵਿੱਚ ਛੋਟਾ ਸੀਗਾ, ਦਾਸ ਦੇ ਹੈ ਨਾ ਗਵਾਂਢ ਦੇ ਵਿੱਚ ਇੱਕ ਮਾਈ ਸੀਗੀ। ਜਦੋਂ ਮਾਈ ਸੀ ਤਾਂ ਉਹਨੇ ਵੀ ਹੈ ਨਾ ਮਰ ਕੇ ਜਦੋਂ ਜੀਂਦੀ ਹੋਈ ਸੀ ਅਤੇ ਉਹਨੇ ਵੀ ਆਪਣਾ ਜਿਹੜਾ ਤਜਰਬਾ ਸਾਂਝਾ ਕੀਤਾ ਸੀ। ਉਹਨੇ ਇਹ ਦੱਸਿਆ ਸੀਗਾ ਕਿ ਮੈਂ ਜੀਵਨ ਦੇ ਵਿੱਚ ਕੋਈ ਵੀ ਦਾਨ ਪੁੰਨ ਨਹੀਂ ਸੀ ਕੀਤਾ। ਇੱਕ ਵਾਰ ਦੱਸਦੀ ਹੈ ਕਿ ਸਾਡੇ ਗਵਾਂਢਣ ਜਿਹੜੀ ਸੀਗੀ ਹੈ ਨਾ, ਉਸ ਦੇ ਘਰ ਦੇ ਵਿੱਚ ਅੰਨ ਨਹੀਂ ਸੀਗਾ, ਕੋਈ ਦਾਣਾ ਨਹੀਂ ਸੀ ਜਿਹਦੇ ਨਾਲ ਰੋਟੀ ਪਕਾ ਸਕੇ। ਉਹ ਕਹਿਣ ਲੱਗੀ ਕਿ ਮੈਂ ਉਹਨੂੰ ਆਪਣੇ ਹੈ ਨਾ ਕੋਲੋਂ ਥੋੜ੍ਹੇ ਜਿਹੇ ਦਾਣੇ ਜਿਹੜੇ ਸੀਗੇ, ਉਹ ਜਿਹੜੀ ਮਿੱਟੀ ਦੀ ਇੱਕ ਛੋਟਾ ਜਿਹਾ ਘੜਾ ਹੁੰਦਾ ਜਿਹਨੂੰ ਅਸੀਂ ਘਰੋਟੀ ਵੀ ਆਖ ਦਿੰਦੇ ਹਾਂ, ਉਹਦੇ ਵਿੱਚ ਪਾ ਕੇ ਦਿੱਤੇ ਸੀ। ਬਸ ਕਹਿੰਦੀ ਇੱਕੋ ਜ਼ਿੰਦਗੀ 'ਚ ਮੈਂ ਜਿਹੜਾ ਸੀਗਾ ਉਹ ਪੁੰਨ ਦਾ ਕੰਮ ਕੀਤਾ ਸੀਗਾ। ਪਰ ਜਦ ਮੇਰੀ ਮੌਤ ਹੋਈ ਅਤੇ ਮੈਨੂੰ ਜਿਹੜੇ ਜਮਦੂਤ ਆ ਉਹ ਰਸਤੇ ਵਿੱਚ ਲਿਜਾ ਰਹੇ ਆ, ਅਤੇ ਇੱਕ ਜਗ੍ਹਾ ਐਸੀ ਹੈ ਜਿੱਥੇ ਗਰਮੀ ਬਹੁਤ ਜ਼ਿਆਦਾ ਹੈ ਅਤੇ ਉੱਥੇ ਮੈਨੂੰ ਬਾਰ-ਬਾਰ ਜਿਹੜੀ ਪਿਆਸ ਸੀਗੀ ਉਹ ਸਤਾ ਰਹੀ ਸੀ। ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਮੈਨੂੰ ਹੈ ਨਾ ਕਿਤੇ ਇੱਥੇ ਜਿੱਥੇ ਵੀ ਪਾਣੀ ਮਿਲਦਾ ਹੈ ਨਾ ਮੈਨੂੰ ਥੋੜ੍ਹਾ ਪਾਣੀ ਪਿਲਾਓ। ਪਰ ਕਹਿੰਦੇ ਜਦੋਂ ਮੈਂ ਪਾਣੀ ਮੰਗਦੀ ਸੀ ਤਾਂ ਉਹ ਮੈਨੂੰ ਹੈ ਨਾ ਜਿਹੜੀਆਂ ਅੰਨ ਦੀਆਂ ਘਰੋਟੀਆਂ ਸੀਗੀਆਂ ਮਿੱਟੀ ਦੀਆਂ, ਉਹ ਕਹਿੰਦੀ ਮੇਰੇ ਮੂਹਰੇ ਜਿਹੜੇ ਸੀਗੇ ਉਹ ਰੱਖਦੇ ਸੀ ਅਤੇ ਮੈਨੂੰ ਕਹਿਣ ਲੱਗੇ ਸੀ ਕਿ ਤੂੰ ਜ਼ਿੰਦਗੀ ਵਿੱਚ ਕਿਸੇ ਨੂੰ ਪਾਣੀ ਦਾ ਪੁੰਨ ਨਹੀਂ ਕੀਤਾ, ਪਾਣੀ ਨਹੀਂ ਪਿਲਾਇਆ, ਇਸ ਕਰਕੇ ਤੈਨੂੰ ਰਸਤੇ ਦੇ ਵਿੱਚ ਤੇਰਾ ਕੋਈ ਪੁੰਨ ਪਾਣੀ ਦਾ ਨਹੀਂ ਹੈ ਕਿ ਤੈਨੂੰ ਪਾਣੀ ਪਿਲਾਇਆ ਜਾਵੇ। ਹਾਂ ਇੰਨਾ ਜ਼ਰੂਰ ਹੈ ਕਿ ਜਿਹੜੀਆਂ ਤੂੰ ਘਰੋਟੀਆਂ ਜਿਹੜੀਆਂ ਹਨ ਉਹ ਇੱਕ ਵਾਰ ਜਿਹੜੀ ਦਾਨ ਕੀਤੀ ਸੀ ਉਹੀ ਤੇਰਾ ਦਾਨ ਕਈ ਗੁਣਾ ਜਿਹੜਾ ਉਹ ਵੱਧ ਗਿਆ ਹੈਗਾ। ਇਸ ਕਰਕੇ ਕਹਿੰਦੇ ਉਹ ਮੈਨੂੰ ਵਾਰ-ਵਾਰ ਜਿਹੜੇ ਸੀ ਉਹ ਕਣਕ ਦੇ ਸੁੱਕੇ ਦਾਣੇ ਦਿੰਦੇ ਸੀ ਪਰ ਪਾਣੀ ਪੀਣ ਨੂੰ ਨਹੀਂ ਸੀ ਦਿੰਦੇ। ਪਰ ਕਹਿੰਦੀ ਦੇਖੋ ਐਸੀ ਘਟਨਾ ਹੋਈ ਸੀ ਜਦੋਂ ਮੈਂ ਵਾਪਸ ਸਰੀਰ ਵਿੱਚ ਆਈ ਸੀ ਅਤੇ ਉਸ ਤੋਂ ਬਾਅਦ ਫਿਰ ਮੈਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਸੀਗਾ। ਉਸ ਤੋਂ ਬਾਅਦ ਫਿਰ ਉਸ ਮਾਈ ਨੇ ਨਾ ਬਹੁਤ ਆਪਣੀ ਜ਼ਿੰਦਗੀ 'ਚ ਦਾਨ ਪੁੰਨ ਕੀਤਾ ਸੀਗਾ, ਬਹੁਤ ਜ਼ਿਆਦਾ ਦਾਨ ਪੁੰਨ ਕੀਤਾ ਸੀਗਾ। ਸੋ ਕਹਿਣ ਤੋਂ ਬਾਅਦ ਉਹਨੂੰ ਅਸਲੀਅਤ ਦੀ ਮਰਨ ਤੋਂ ਬਾਅਦ ਸਮਝ ਆ ਗਈ ਸੀ। ਇਸੇ ਤਰ੍ਹਾਂ ਇੱਕ ਬੀਬੀ ਵੀ ਦੱਸਦੀ ਸੀ, ਕਹਿੰਦੀ ਸੀ ਇੱਕ ਵਾਰ ਉਹ ਬਹੁਤ ਜ਼ਿਆਦਾ ਬਿਮਾਰ ਹੋਈ, ਬਿਮਾਰ ਹੋਣ ਤੋਂ ਬਾਅਦ ਉਹ ਬਿਲਕੁਲ ਬੇਹੋਸ਼ ਹੋ ਗਈ। ਉਹਦੇ ਵਿੱਚ ਉਹਨੇ ਕੀ ਤੱਕਿਆ ਕਿ ਕੁਛ ਜਿਹੜੇ ਹਨ ਜਮਦੂਤ ਹੈਗੇ ਆ, ਉਹ ਜਮਦੂਤ ਕਹਿੰਦੇ ਮੈਨੂੰ ਇੱਕ ਬਹੁਤ ਬਰੀਕ ਤੰਗ ਰਸਤਾ ਜਿਹੜੀ ਸੂਈ ਦੀ ਨੱਕੇ ਦੇ ਸਮਾਨ ਹੈਗਾ ਉਹਦੇ ਵਿੱਚੋਂ ਦੀ ਖਿੱਚ ਕੇ ਲਿਜਾ ਰਹੇ ਆ ਅਤੇ ਉੱਥੇ ਮੈਂ ਬਹੁਤ ਤੜਫ ਰਹੀ ਹਾਂ। ਬਸ ਉਹ ਕਹਿੰਦੀ ਇੰਨਾ ਹੀ ਦ੍ਰਿਸ਼ ਮੈਨੂੰ ਯਾਦ ਆ ਕਿ ਇੱਕ ਬਹੁਤ ਤੰਗ ਗਲੀ ਹੈਗੀ ਆ, ਇੱਕ ਰਸਤਾ ਹੈਗਾ ਜਿਹਦੇ ਵਿੱਚੋਂ ਜਮਦੂਤ ਜਿਹੜੇ ਹਨ ਮੈਨੂੰ ਖਿੱਚ ਕੇ ਲੰਮੀਆਂ ਬਾਹਾਂ ਕਰ ਕਰਕੇ ਉਹਦੇ ਵਿੱਚੋਂ ਦੀ ਲੰਘਾ ਰਹੇ ਆ। ਅਤੇ ਉਹਦੇ ਵਿੱਚ ਕਹਿੰਦੀ ਜਦ ਮੇਰੀਆਂ ਚੀਕਾਂ ਨਿਕਲਦੀਆਂ ਹੈਗੇ ਤਾਂ ਮੇਰੀ ਸੁਰਤ ਦੁਬਾਰਾ ਫਿਰ ਸਰੀਰ ਦੇ ਵਿੱਚ ਆ ਜਾਂਦੀ। ਇਹ ਤਜਰਬਾ ਵੀ ਜਿਹੜਾ ਨਾ ਉਸ ਬੀਬੀ ਨੇ ਜਿਹੜਾ ਸੀਗਾ ਸਾਂਝਾ ਕੀਤਾ ਸੀਗਾ। ਇਸ ਤਰ੍ਹਾਂ ਸੰਤ ਬਰਿਆਮ ਸਿੰਘ ਮਹਾਂਪੁਰਖ ਹੋਇਆ, ਉਹਨਾਂ ਨੇ ਵੀ ਆਪਣੇ ਰਿਸ਼ਤੇਦਾਰ ਦੀ ਇੱਕ ਜਿਹੜੀ ਬੀਬੀ ਦਾ ਤਜਰਬਾ ਸਾਂਝਾ ਕੀਤਾ ਸੀਗਾ ਕਿ ਜਦੋਂ ਬੀਬੀ ਜਿਹੜੀ ਸੀਗੀ ਸਰੀਰ ਛੱਡ ਕੇ ਇਸ ਸੰਸਾਰ ਤੋਂ ਪਰਲੋਕ ਸਿਧਾਰੀ ਸੀ, ਉਹ ਦੱਸਦੀ ਸੀ ਕਿ ਜਿਸ ਜਗ੍ਹਾ ਉਹ ਗਈ ਸੀਗੀ ਉਸ ਜਗ੍ਹਾ ਇੱਕ ਬਹੁਤ ਭਾਰੀ ਜਿਹੜੀ ਨਦੀ ਸੀ ਉਹ ਖੂਨ ਦੇ ਰੰਗ ਦੀ ਭਰੀ ਪਈ ਸੀ। ਕਹਿੰਦੀ ਮੈਂ ਦੇਖ ਕੇ ਬੜੀ ਡਰੀ ਕਿ ਕਿਹੋ ਜਿਹਾ ਪਾਣੀ ਜਿਹੜਾ ਬਿਲਕੁਲ ਲਾਲ ਰੰਗ ਦਾ ਛਾਲੇ ਮਾਰਿਆ ਹੈ। ਪਰ ਜਦੋਂ ਮੈਂ ਕਹਿੰਦੀ ਉਹਦੇ ਵਿੱਚ ਤੱਕਿਆ ਤਾਂ ਕੀ ਦੇਖਿਆ, ਉਹਦੇ ਵਿੱਚ ਮਗਰਮੱਛ ਅਤੇ ਕਈ ਤਰ੍ਹਾਂ ਦੇ ਜਿਹੜੇ ਜਾਨਵਰ ਸੀ ਮੂੰਹ ਅੱਡੀ ਮੇਰੇ ਵੱਲ ਤੱਕ ਰਹੇ ਸੀਗੇ। ਕਹਿੰਦੀ ਮੈਂ ਪੂਰੀ ਤਰ੍ਹਾਂ ਜਿਹੜੀ ਸੀ ਉਹ ਦੇਖ ਕੇ ਡਰ ਗਈ ਸੀ ਕਿ ਮੈਂ ਕਿੱਥੇ ਪਹੁੰਚ ਗਈ ਹਾਂ। ਪਰ ਉਸ ਟਾਈਮ ਕਹਿੰਦੀ ਬੜੀ ਹੈਰਾਨੀ ਦੀ ਹੱਦ ਹੋਈ ਕਿ ਇੱਕ ਬੇੜੀ ਦੇ ਵਿੱਚ ਇੱਕ ਬੜੀ ਸੁੰਦਰ ਰਾਜਕੁਮਾਰੀ ਜਿਹੜੀ ਸੀ, ਕਹਿੰਦੀ ਉਸ ਨਦੀ ਵਿੱਚੋਂ ਜਿਹੜੀ ਸੀਗੀ ਕਹਿੰਦੀ ਮੇਰੇ ਵੱਲ ਆ ਰਹੀ ਸੀ ਅਤੇ ਆ ਕੇ ਉਹਨੇ ਮੈਨੂੰ ਕਿਹਾ ਹੈਗਾ ਕਿ ਤੁਸੀਂ ਮੇਰੀ ਬੇੜੀ 'ਚ ਬੈਠ ਜਾਓ
ਤੇ ਮੈਂ ਤੈਨੂੰ ਨਦੀ ਪਾਰ ਕਰਾ ਦਿੰਦੀ ਹਾਂ। ਕਹਿੰਦੀ ਮੈਂ ਉਹ ਸੁੰਦਰ ਰਾਜਕੁਮਾਰੀ ਦੀ ਬੇੜੀ ਵਿੱਚ ਬੈਠ ਗਈ ਤੇ ਉਹ ਜਿਹੜੀ ਸੀਗੀ ਰਾਜਕੁਮਾਰੀ ਕਹਿੰਦੀ ਮੈਨੂੰ ਨਦੀ ਪਾਰ ਕਰਾਈ ਆ। ਜਦ ਨਦੀ ਪਾਰ ਕਰਾਈ ਆ ਤੇ ਕਹਿੰਦੀ ਮੈਂ ਉਹਨੂੰ ਪੁੱਛਿਆ ਕਿ ਮੈਂ ਤੈਨੂੰ ਜਾਣਦੀ ਨਹੀਂ, ਪਰ ਤੂੰ ਕੌਣ ਆ? ਕਹਿੰਦੀ ਉਹ ਹੱਸ ਕੇ ਕਹਿਣ ਲੱਗੀ ਕਿ ਮੈਂ ਹੋਰ ਕੋਈ ਨਹੀਂ, ਮੈਂ ਤੇਰਾ ਪੁੰਨ ਹੈਗਾ। ਕਹਿੰਦੀ ਮੈਂ ਹੈਰਾਨ ਹੋਇਆ ਕਿ ਮੈਂ ਜ਼ਿੰਦਗੀ 'ਚ ਕੋਈ ਪੁੰਨ ਨਹੀਂ ਕੀਤਾ ਹੈਗਾ। ਫਿਰ ਕਹਿੰਦੇ ਉਹਨੇ ਮੈਨੂੰ ਮੇਰੇ ਜੀਵਨ ਦੀ ਘਟਨਾ ਦੱਸੀ ਸੀ ਕਿ ਇੱਕ ਵਾਰ ਤੂੰ ਘਰ ਦੇ ਵਿੱਚ ਸਾਫ਼ ਸਫਾਇਆ ਕਰ ਰਹੀ ਸੀ ਤੇ ਇੱਕ ਜਿਹੜੀ ਚਿੜੀ ਸੀਗੀ, ਉਹ ਚਿੜੀ ਜਿਹੜੀ ਸੀਗੀ ਕਿਸੇ ਧਾਗੇ ਦੀ ਲਪੇਟ ਦੇ ਵਿੱਚ ਫਸ ਗਈ ਸੀ ਤਾਂ ਉਹ ਚੀਂ ਚੀਂ ਦੀ ਆਵਾਜ਼ ਕਰਕੇ ਕੁਰਲਾ ਰਹੀ ਸੀ। ਕਹਿੰਦੀ ਤੈਨੂੰ ਉਹਦੇ ਵਿੱਚ ਤਰਸ ਆ ਗਿਆ ਤੈਂ ਕਹਿੰਦੀ ਉਹਦੇ ਪੈਰਾਂ ਦੇ ਵਿੱਚੋਂ ਜਿਹੜਾ ਧਾਗਾ ਖੋਲ੍ਹ ਕੇ ਉਹਨਾਂ ਨੂੰ ਆਕਾਸ਼ 'ਚ ਛੱਡ ਦਿੱਤਾ ਸੀ। ਬਸ ਇਹ ਜਿਹੜਾ ਤੂੰ ਸ਼ੁਭ ਕਰਮ ਕੀਤਾ ਸੀਗਾ ਕਿਸੇ ਜੀਵ ਦੇ ਉੱਤੇ ਦਇਆ ਕਰ ਦੇਣੀ, ਕਹਿੰਦੀ ਬਸ ਉਹ ਮੈਂ ਉਹੀ ਦਇਆ ਹੈਗੀ, ਉਹੀ ਪੁੰਨ ਵਾ ਜਿਹਨੇ ਤੈਨੂੰ ਇਹ ਨਦੀ ਪਾਰ ਕਰਾਈ। ਕਹਿੰਦੀ ਉਸ ਤੋਂ ਬਾਅਦ ਜਦੋਂ ਉਹ ਕਹਿ ਕੇ ਕਹਿੰਦੀ ਉਹ ਚਲੀ ਗਈ ਤਾਂ ਮੈਂ ਬੜੀ ਹੱਕੀ ਬੱਕੀ ਹੋਈ ਕਿ ਇਹ ਜਿਹੜਾ ਹੈਗਾ ਸੰਸਾਰ ਆ ਕਿਹੋ ਜਿਹਾ ਹੈਗਾ ਜਿੱਥੇ ਪੁੰਨ ਪਾਪ ਜਿਹੜੇ ਆਪਣਾ ਰੂਪ ਧਾਰ ਕੇ ਜਿਹੜੇ ਹਨ ਉਹ ਆਦਮੀ ਦੀ ਸਹਾਇਤਾ ਵੀ ਕਰਦੇ ਆ ਤੇ ਆਦਮੀ ਤੋਂ ਪਰੇ ਵੀ ਰਹਿੰਦੇ ਹੈ। ਕਹਿੰਦੀ ਉਸ ਤੋਂ ਬਾਅਦ ਫਿਰ ਮੈਨੂੰ ਆਵਾਜ਼ ਆਈ ਕਿ ਅਜੇ ਤੇਰਾ ਸਮਾਂ ਨਹੀਂ ਹੋਇਆ, ਤੂੰ ਵਾਪਸ ਚਲੀ ਜਾ। ਕਹਿੰਦੇ ਫਿਰ ਮੈਂ ਜਿਹੜੀ ਸੀ ਵਾਪਸ ਹੈ ਇਹ ਆਪਣੇ ਸਰੀਰ ਦੇ ਵਿੱਚ ਆ ਗਈ ਸੀ। ਇਸ ਤਰ੍ਹਾਂ ਭਾਈ ਕਨਵਰਜੀਤ ਸਿੰਘ ਜੀ ਜਿਹੜੇ ਹੈ ਉਹਨਾਂ ਨੇ ਵੀ ਆਪਣੇ ਜੀਵਨ ਦੀ ਜਿਹੜੀ ਇੱਕ ਮਸ਼ਹੂਰ ਘਟਨਾ ਜਿਹੜੀ ਆਮ ਸਾਰੀਆਂ ਸੰਗਤਾਂ ਜਾਣਦੀਆਂ ਹੈ ਕਿ ਮਰਨ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੋਇਆ ਸੀਗਾ, ਉਹਨਾਂ ਨੇ ਵੀ ਸਾਂਝੀ ਕੀਤੀ ਸੀ। ਇਹ ਘਟਨਾ ਉਹਨਾਂ ਦੀ ਤਕਰੀਬਨ 1965-66 ਦੇ ਕਰੀਬ ਦੀ ਹੈਗੀ ਆ। ਉਹਨਾਂ ਨੇ ਦੱਸਿਆ ਸੀਗਾ ਕਿ ਜਦੋਂ ਮਰੇ ਸੀਗੇ ਉਸ ਟਾਈਮ ਜਿਹੜੇ 2 ਜਮਦੂਤ ਸੀ ਜਿਹੜਿਆਂ ਦੇ ਘੋੜੇ ਵਰਗੇ ਕੰਨ ਸੀ, ਕਹਿੰਦੇ ਉਹ ਮੈਨੂੰ ਲੈ ਕੇ ਗਏ ਸੀ। ਕਹਿੰਦੇ ਪਰ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਸੱਚੀ ਮੁੱਚੀ ਮਰ ਗਿਆ ਹਾਂ ਤੇ ਮੈਂ ਉਹਨਾਂ ਤੋਂ ਛੱਡਣ ਦਾ ਆਪਣੇ ਨੂੰ ਛੁਡਾਉਣ ਦਾ ਬੜਾ ਯਤਨ ਕੀਤਾ। ਬਹੁਤ ਟਾਈਮ ਕਹਿੰਦੇ ਘੋਲ ਮਥੋਲ ਅਸੀਂ ਕਰਦੇ ਰਹੇ, ਪਰ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਕਹਿੰਦੇ ਮੈਨੂੰ ਇਹ ਦੱਸਿਆ ਹੈਗਾ ਕਿ ਇਹ ਪ੍ਰਾਣੀ ਤੂੰ ਮਰ ਚੁੱਕਾ ਹੈਗਾ। ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਮੈਂ ਮਰ ਚੁੱਕਾ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਮਰ ਚੁੱਕਾ ਕਿਉਂਕਿ ਮੇਰੀ ਚੇਤਨ ਸੱਤਾ ਜੋ ਵੀ ਕੁਛ ਆ ਬਿਲਕੁਲ ਇਸੇ ਹੀ ਲੋਕ ਵਰਗੀ ਆ। ਪਰ ਮੈਂ ਹੈਰਾਨ ਹੋ ਗਿਆ ਕਿ ਮੈਂ ਮਰ ਕਿਵੇਂ ਗਿਆ ਹੈਗਾ। ਪਰ ਉਹਨਾਂ ਦੇ ਕਹਿਣ ਦੇ ਉੱਤੇ ਫਿਰ ਕਹਿੰਦੇ ਫਿਰ ਮੈਨੂੰ ਪਤਾ ਲੱਗਿਆ ਵਾਕਿਆ ਮੈਂ ਮਰ ਗਿਆ। ਪਰ ਜਦੋਂ ਮੈਨੂੰ ਉਹ ਜਮ ਲੋਕ ਲੈ ਕੇ ਗਏ ਆ ਤੇ ਧਰਮਰਾਜ ਦੇ ਮੂਹਰੇ ਜਿਹੜਾ ਸੀ ਜਦੋਂ ਉਹਨਾਂ ਨੇ ਮੈਨੂੰ ਪੇਸ਼ ਕੀਤਾ ਹਨ ਤੇ ਕਹਿੰਦੇ ਫਿਰ ਉੱਥੋਂ ਅੰਦਰੋਂ ਆਵਾਜ਼ ਆਈ ਆ ਕਿ ਇਸ ਨੂੰ ਹੁਣ ਲੱਕੜ ਦੇ ਆਰੇ ਨਾਲ ਚੀਰ ਦਿਓ। ਬਸ ਕਹਿੰਦੇ ਮੈਂ ਜਦ ਦੇਖਿਆ ਉੱਥੇ ਜਮਲੋਕ ਦਾ ਦ੍ਰਿਸ਼ ਤੇ ਉਹ ਇੰਨਾ ਕਹਿੰਦੇ ਭਿਆਨਕ ਸੀਗਾ, ਇੰਨਾ ਡਰਾਉਣਾ ਸੀਗਾ ਕਿ ਮੈਂ ਦੇਖ ਕੇ ਮੇਰੀ ਰੂਹ ਪੂਰੀ ਤਰ੍ਹਾਂ ਕੰਬ ਗਈ ਸੀ। ਪਰ ਜਦ ਮੈਂ ਅੱਖਾਂ ਖੋਲ੍ਹੀਆਂ ਥੋੜ੍ਹੀਆਂ ਜਿਹੀਆਂ ਮੈਂ ਖੜਾ ਹੋਇਆ ਸੀ, ਜਦ ਅੱਖਾਂ ਖੋਲ੍ਹੀ ਤਾਂ ਵਾਕਈ ਉੱਥੇ ਲੱਕੜ ਦਾ ਆਰਾ ਪਿਆ ਸੀ। ਕਹਿੰਦੇ ਇੱਕ ਜਮਦੂਤ ਆਇਆ, ਜਦੋਂ ਕਹਿੰਦੇ ਉਹਨੇ ਲੱਕੜ ਦਾ ਆਰਾ ਜਿਹੜਾ ਸੀ ਮੇਰੀ ਧੌਣ 'ਤੇ ਰੱਖਿਆ, ਜਦ ਇੱਕੋ ਹੀ ਕਹਿੰਦੇ ਦੰਦਾ ਜਿਹੜਾ ਸੀ ਨਾ ਹਜੇ ਚਲਾਉਣ ਹੀ ਲੱਗੇ ਮੇਰੀ ਧੌਣ ਦੇ ਵਿੱਚ ਖੁੱਬਾ ਸੀਗਾ। ਫਿਰ ਉਸ ਟਾਈਮ ਕਹਿੰਦੇ ਮੇਰੇ ਮੂੰਹੋਂ ਕੁਦਰਤੀ ਵਾਹਿਗੁਰੂ ਨਿਕਲਿਆ ਸੀ ਅੱਖਰ। ਜਦ ਵਾਹਿਗੁਰੂ ਅੱਖਰ ਨਿਕਲਿਆ ਸੀਗਾ ਤੇ ਬਸ ਕਹਿੰਦੇ ਉਸ ਤੋਂ ਬਾਅਦ ਇੱਕ ਐਸੀ ਜਿਹੜੀ ਸ਼ਕਤੀ ਸ਼ਹੀਦ ਸਿੰਘਾਂ ਦੀ ਕਹਿੰਦੇ ਉੱਥੇ ਪ੍ਰਗਟ ਹੋਈ ਆ। ਬਸ ਜਿਹੜਾ ਖੱਬੇ ਪਾਸੇ ਦਾ ਜਮਦੂਤ ਜਿਹਦੇ ਹੱਥ 'ਚ ਆਰਾ ਸੀਗਾ ਉਹ ਖੱਬੇ ਪਾਸੇ ਡਿੱਗ ਗਿਆ, ਜਿਹਦੇ ਸੱਜੇ ਹੱਥ ਦਾ ਜਮਦੂਤ ਜਿਹਦੇ ਹੱਥ ਆਰਾ ਸੀਗਾ ਉਹ ਸੱਜੇ ਪਾਸੇ ਡਿੱਗ ਗਿਆ। ਤੇ ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਸੀਗੀ ਮੇਰੀ ਰੂਹ ਜਿਹੜੀ ਸੀਗੀ ਉੱਥੋਂ ਜਿਹੜੀ ਨਿਕਲ ਕੇ ਜਮ ਲੋਕ ਦੇ ਵਿੱਚੋਂ ਇੱਕ ਐਸੇ ਲੋਕ 'ਚ ਚਲੇ ਗਏ ਜਿੱਥੇ ਜਿਹੜਾ ਸੀ ਸੁੱਖ ਆਨੰਦ ਸਦੀਵ ਹੀ ਖੇੜਾ ਬੇਪਰਵਾਹੀ ਜਿਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ। ਕਹਿੰਦੇ ਫਿਰ ਮੈਂ ਉੱਥੇ ਗਿਆ ਸੀ। ਕਹਿੰਦੇ ਫਿਰ ਮੈਂ ਉੱਥੇ ਜਾ ਕੇ ਜਿਹੜਾ ਸੀਗਾ ਉਹਨਾਂ ਨੂੰ ਬਹੁਤ ਜ਼ਿਆਦਾ ਕਿਹਾ ਕਿ ਮੈਨੂੰ ਇਸ ਲੋਕ ਦੇ ਵਿੱਚ ਰੱਖ ਲਓ, ਪਰ ਅੱਗੋਂ ਆਵਾਜ਼ ਆਈ ਹੈ ਕਿ ਤੂੰ ਕੋਈ ਜਾਣੀ ਕਿ ਜ਼ਿੰਦਗੀ ਦੇ ਵਿੱਚ ਹਜੇ ਇੰਨਾ ਚੰਗਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਤੈਨੂੰ ਲੋਕ ਦੇ ਵਿੱਚ ਰੱਖਿਆ ਜਾਵੇ। ਇਸ ਕਰਕੇ ਦੇਖੋ ਉੱਥੇ ਹੀ ਉਸ ਲੋਕ ਦੀਆਂ ਜਿਹੜੀਆਂ ਗੁਪਤ ਸ਼ਕਤੀਆਂ ਸੀਗੀਆਂ ਉਹਨਾਂ ਨੇ ਫਿਰ ਦੇਖੋ ਭਾਈ ਕਨਵਰਜੀਤ ਸਿੰਘ ਹੁਣਾਂ ਨੂੰ ਜਿਹੜਾ ਸੀਗਾ ਉਸ ਟਾਈਮ ਫਿਰ ਆਧਾਰੇ ਸਵਾਸਾਂ ਦਾ ਜਿਹੜਾ ਸੀਗਾ ਉਹ ਵਰਦਾਨ ਦਿੱਤਾ ਸੀਗਾ। ਤੈਨੂੰ ਆਧਾਰੇ ਸਵਾਸ ਦਿੱਤੇ, ਇੱਕ ਵਾਰੀ ਜਾ ਕੇ ਸੰਸਾਰ ਦੇ ਵਿੱਚ ਤੁਹਾਨੂੰ ਇੱਕ ਮੌਕਾ ਦਿੰਦੇ ਆ, ਉੱਥੇ ਜਾ ਕੇ ਜਿਹੜੀਆਂ ਜਿੰਨੀਆਂ ਵੀ ਸੰਗਤਾਂ ਹੈਗੀਆਂ ਉਹਨੂੰ ਪਰਮਾਤਮਾ ਦਾ ਨਾਮ ਜਪਾਵੋ, ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ। ਤੇ ਪਰ ਕਹਿੰਦੇ ਫਿਰ ਜਦ ਮੇਰੀ ਜਿਹੜੀ ਸੁਰਤ ਸੀ ਵਾਪਸ ਸਰੀਰ ਦੇ ਵਿੱਚ ਖੁੱਲ੍ਹੀ ਆ ਤੇ ਮੈਂ ਕੀ ਦੇਖਿਆ ਸੀਗਾ ਕਿ ਮੇਰੇ ਘਰ ਵਾਲੇ ਮੇਰੇ ਸਰੀਰ ਦੀ ਜਿਹੜੀ ਉਹ ਮਾਲਿਸ਼ ਕਰ ਰਹੇ ਸੀ। ਇਹ ਸਾਰਾ ਦ੍ਰਿਸ਼ ਜਿਹੜਾ ਸੀ ਭਾਈ ਕਨਵਰਜੀਤ ਸਿੰਘ ਹੁਣਾਂ ਨੇ ਜਿਹੜਾ ਸੀ ਉਹ ਵਰਣਨ ਕੀਤਾ ਸੀਗਾ। ਇਸ ਤਰ੍ਹਾਂ ਇੱਕ ਮੇਰੇ ਦੋਸਤ ਦੇ ਜਿਹੜੇ ਮਾਮਾ ਜੀ ਸੀ, ਉਹ ਮੇਰੇ ਦੋਸਤ ਸਾਹਿਬ ਜਿਹੜੇ ਸੀ ਉਹ ਦੱਸਦੇ ਸੀਗੇ ਕਿ ਜਦੋਂ ਮਰਨ ਲੱਗੇ ਸੀ ਉਸ ਟਾਈਮ ਮਰਨ ਤੋਂ ਪਹਿਲਾਂ ਉਹਨਾਂ ਨੇ ਜਿਹੜੀਆਂ ਸੀਗੀਆਂ ਬੜੀਆਂ ਭਿਆਨਕ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਕੀ ਹੋਇਆ, ਉਹ ਕਹਿਣ ਲੱਗੇ ਦੇਖੋ 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 ਤੁਹਾਨੂੰ ਦਿਖਾਈ ਨਹੀਂ ਦਿੰਦਾ ਹੈਗਾ ਕਿ 4 ਆਦਮੀ ਆਏ ਆ। ਕਹਿੰਦੇ ਮੈਂ ਅਸੀਂ ਹੈਰਾਨ ਹੋ ਗਏ, ਸਾਨੂੰ ਤਾਂ ਦਿਖਾਈ ਨਹੀਂ ਦਿੰਦੇ। ਫਿਰ ਉੱਚੀ ਉੱਚੀ ਕਹਿਣ ਲੱਗਾ ਵੀ ਦੇਖੋ ਆਪਣੇ ਦੇ ਨਾਲ ਕਹਿੰਦੇ ਕੋਲੂ ਵੀ ਲੈ ਕੇ ਆਇਆ। ਕਹਿੰਦੇ ਕਰਦੇ ਕਰਦੇ ਕਹਿੰਦੇ ਉਹਨਾਂ ਨੇ ਇੱਥੋਂ ਤੱਕ ਕਹਿਣਾ ਸ਼ੁਰੂ ਕੀਤਾ ਕਿ 4 ਆਦਮੀਆਂ ਨੇ ਮੇਰੀਆਂ ਲੱਤਾਂ ਫੜ ਲਈਆਂ ਤਾਂ ਮੈਨੂੰ ਕੋਲੂ ਵਿੱਚ ਜਿਹੜਾ ਹੈਗਾ ਉਹ ਧੱਕਣਾ ਸ਼ੁਰੂ ਕਰ ਦਿੱਤਾ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਅਸੀਂ ਕਿਹਾ ਵੀ ਲੱਤਾਂ ਤਾਂ ਸਾਡੇ ਕੋਲ ਆ, ਅਸੀਂ ਤਾਂ ਉਹਨੂੰ ਘੁੱਟ ਰਹੇ ਹਾਂ, ਫੜ ਰਹੇ ਹਾਂ।
ਕਿੱਥੇ ਨਾ ਇੱਥੇ ਕੋਹਲੂ ਆ ਅਤੇ ਨਾ ਇੱਥੇ ਕੋਈ ਆਦਮੀ ਆ। ਉਹ ਕਹਿਣ ਲੱਗਾ ਮੈਂ ਹੈਰਾਨ ਆ ਵੀ ਤੁਹਾਨੂੰ ਦਿਖਾਈ ਨਹੀਂ ਦਿੰਦਾ, ਮੇਰੀਆਂ ਲੱਤਾਂ ਜਿਹੜੀਆਂ ਕੋਈ ਕੋਹਲੂ 'ਚ ਦੇ ਦਿੱਤੀਆਂ। ਨਾਲ ਹੀ ਫਿਰ ਉਹ ਕਹਿਣ ਲੱਗਾ ਕਿ ਹਾਏ ਮੇਰੀਆਂ ਲੱਤਾਂ ਜਿਹੜੀਆਂ ਪੀੜਨੀਆਂ ਸ਼ੁਰੂ ਕਰ ਦਿੱਤੀਆਂ। ਗੱਲ ਕੀ ਆ, ਜਿਉਂ-ਜਿਉਂ ਉਹ ਦੱਸ ਰਿਹਾ ਸੀਗਾ ਕਹਿੰਦੇ ਅਸੀਂ ਹੈਰਾਨ ਸੀਗੇ ਕਿ ਇਹ ਤਾਂ ਸਾਡੇ ਹੱਥਾਂ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈਗਾ ਕਿ ਜਿਵੇਂ ਇਹਦੀ ਜਿਹੜੀ ਬੁੱਧੀ ਹੈਗੀ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਬਦਲ ਗਈ ਆ। ਪਰ ਕਹਿੰਦੇ ਜਦ ਉਹ ਜਿਹੜਾ ਸੀਗਾ ਉਹ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਸੱਚਮੁੱਚ ਹੀ ਉਹਨਾਂ ਨੇ ਕੋਹਲੂ ਦੇ ਵਿੱਚ ਪੀੜਿਆ ਜਾ ਰਿਹਾ, ਜਿਸ ਤਰ੍ਹਾਂ ਉਹ ਚੀਕਾਂ ਅਤੇ ਦਰਦ ਦੀ ਆਵਾਜ਼ ਨੂੰ ਉੱਚੀ ਉੱਚੀ ਕਰਲਾ ਰਿਹਾ ਸੀਗਾ। ਉਸ ਤੋਂ ਬਾਅਦ ਕਹਿੰਦੇ ਜਦੋਂ ਪੂਰਾ ਪੀੜਿਆ ਗਿਆ ਉਸ ਕੋਹਲੂ ਦੇ ਵਿੱਚ, ਅਤੇ ਉਸ ਤੋਂ ਬਾਅਦ ਕਹਿੰਦੇ ਫਿਰ ਉਹਦੀ ਮੌਤ ਹੋ ਗਈ, ਬੇਹੋਸ਼ ਹੋ ਗਿਆ। ਅਤੇ ਬਸ ਉਸ ਤੋਂ ਬਾਅਦ ਉਹ ਜਿਹੜਾ ਸੀਗਾ ਉਹ ਡਾਕਟਰਾਂ ਨੇ ਉਹਨੂੰ ਡੈੱਡ ਕਰਾਰ ਦੇ ਦਿੱਤਾ। ਇਹ ਘਟਨਾ ਜਿਹੜੀ ਸੀ ਮੇਰੇ ਮਿੱਤਰ ਨੇ ਜਿਹੜੀ ਸੀ ਦਾਸ ਦੇ ਨਾਲ ਸਾਂਝੀ ਕੀਤੀ ਸੀਗੀ। ਇਸ ਤਰ੍ਹਾਂ ਇੱਕ ਸੁਲੇਮਾਨ ਪ੍ਰੇਤ ਹੋਇਆ, ਉਹਦੀ ਵੀ ਆਪਨੇ ਜਿਹੜੀ ਹੈ ਨਾ ਕਥਾ ਜਿਹੜੀ ਹੈਗੀ ਆ ਉਹ ਕਈ ਵਾਰੀ ਸਰਵਣ ਕੀਤੀ ਆ ਕਿ ਸੰਤ ਮਹਾਂਪੁਰਖ ਜਿਹੜੇ ਸੀ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੇ ਨਾਲ ਜਿਹੜਾ ਸੁਲੇਮਾਨ ਪ੍ਰੇਤ ਸੀਗਾ ਕਿਸ ਤਰ੍ਹਾਂ ਉਸਨੇ ਆਪਣੀ ਜਿਹੜੀ ਸਾਰੀ ਘਟਨਾ ਜਿਹੜੀ ਸੀ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ ਸੀਗੀ ਕਿ ਕਿਸੇ ਟਾਈਮ ਜਿਹੜਾ ਸੀਗਾ ਉਹ ਪੀਰ ਦਾ ਕੰਮ ਕਰਦਾ ਹੁੰਦਾ ਸੀਗਾ ਅਤੇ ਇਸ ਕੰਮ ਦੇ ਬਦਲੇ ਜਿਹੜੇ ਸੀ ਉਹ ਆਪਣੇ ਪੈਸੇ ਕਮਾਉਂਦਾ ਹੁੰਦਾ ਸੀ, ਆਪਣੇ ਪੀਰ ਸਜਾਉਂਦਾ ਹੁੰਦਾ ਸੀ। ਪਰ ਜਦ ਉਹਦੀ ਜਿਹੜੀ ਸੀ ਮੌਤ ਹੋਈ ਆ ਉਸ ਤੋਂ ਬਾਅਦ ਫਿਰ ਜਦ ਉਹ ਧਰਮਰਾਜ ਦੀ ਕਚਹਿਰੀ ਗਿਆ ਸੀ ਅਤੇ ਧਰਮਰਾਜ ਨੇ ਫਿਰ ਉਹਨੂੰ ਇਹ ਸਜ਼ਾ ਦਿੱਤੀ ਸੀ ਕਿ ਤੈਨੂੰ ਹੈ ਨਾ ਪ੍ਰੇਤ ਜੂਨੀ 'ਚ ਮਿਲਾ ਦਿੱਤਾ ਜਾਊਗਾ। 1000 ਸਾਲ ਫਿਰ ਜਿਹੜਾ ਸੁਲੇਮਾਨ ਸੀਗਾ ਪ੍ਰੇਤ ਜੂਨੀ ਦੇ ਵਿੱਚ ਰਿਹਾ ਸੀਗਾ। ਇਹ ਸਾਰੀ ਘਟਨਾ ਜਿਹੜੀ ਹੈ ਨਾ ਬਹੁਤ ਵੱਡੀ ਕੈਸਟ ਦੇ ਵਿੱਚ ਆਪ ਸਾਰੀਆਂ ਸੰਗਤਾਂ ਨੇ ਕਈ ਵਾਰੀ ਸੁਣੀ ਹੋਣੀ ਹੈ। ਇਸ ਤਰ੍ਹਾਂ ਇੱਕ ਬੀਬੀ ਜਿਹੜੀ ਸੀਗੀ ਉਹ ਵੀ ਜਿਹੜੀ ਸੀ ਆਪਣੀ ਜੀਵਨ ਦੀ ਘਟਨਾ ਦੱਸਦੀ ਸੀ ਕਿ ਇੱਕ ਵਾਰ ਉਹ ਵੀ ਬੜੀ ਬਿਮਾਰ ਹੋ ਗਈ ਸੀਗੀ। ਜਦ ਬਿਮਾਰ ਹੋਈ ਸੀ ਤਾਂ ਫਿਰ ਕਹਿੰਦੇ ਉਹ ਇਸ ਜਗ੍ਹਾ ਉਹ ਚਲੇ ਗਈ ਸੀ ਕਿ ਜਿਸ ਜਗ੍ਹਾ ਬਹੁਤ ਭਰਾ ਰਸ਼ ਸੀਗਾ। ਕਹਿੰਦੇ ਜਦ ਮੈਂ ਉਸ ਜਗ੍ਹਾ ਗਈ ਸੀਗੀ ਤਾਂ ਮੈਨੂੰ ਜਾਣੀ ਕਿ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜਾ ਹੈ ਨਾ ਜਮ ਲੋਕ ਆ, ਇੱਥੇ ਧਰਮਰਾਜ ਜਿੰਨੀਆਂ ਵੀ ਜਿਹੜੀਆਂ ਰੂਹਾਂ ਹੈਗੀਆਂ ਕਹਿੰਦੇ ਵੀ ਉਹਨਾਂ ਨੂੰ ਸਜ਼ਾਵਾਂ ਦਿੰਦਾ ਹੈਗਾ। ਕਹਿੰਦੇ ਜਦੋਂ ਅੰਦਰੋਂ ਆਵਾਜ਼ ਆਉਂਦੀ ਸੀ ਤਾਂ ਇੱਕ ਕਿਹੜਾ ਪੁਰਾਣੀ ਸੀਗਾ ਉਹਦੀ ਕਚਹਿਰੀ ਵਿੱਚ ਜਿਹੜਾ ਸੀਗਾ ਜਮਦੂਤ ਲੈ ਕੇ ਜਾ ਰਹੇ ਸੀ। ਅਤੇ ਕਹਿੰਦੀ ਮੈਂ ਦ੍ਰਿਸ਼ ਦੇਖ ਕੇ ਇੰਨਾ ਕੰਬ ਗਈ ਸੀ, ਨਹੀਂ ਡਰ ਗਈ ਸੀ ਕਿ ਇੱਕ ਜਗ੍ਹਾ ਜਾ ਕੇ ਹੈ ਨਾ ਮੈਂ ਜਾਣੀ ਲੁੱਕ ਕੇ ਓਹਲੇ ਹੋ ਗਈ ਸੀ। ਜਦ ਕਹਿੰਦੇ ਮੈਂ ਲੁੱਕ ਕੇ ਓਹਲੇ ਹੋ ਗਈ ਸੀ ਤਾਂ ਕਿਸੇ ਗੁਪਤ ਸ਼ਕਤੀ ਨੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਮੈਨੂੰ ਜਾਣੀ ਇਹ ਗੱਲ ਕਹਿਤੀ ਸੀ ਕਿ ਅਜੇ ਤੇਰਾ ਸਮਾਂ ਨਹੀਂ ਹੋਇਆ ਇੱਥੇ ਆਉਣ ਦਾ, ਇਸ ਕਰਕੇ ਤੈਨੂੰ ਵਾਪਸ ਭੇਜਿਆ ਜਾਂਦਾ ਹੈ। ਕਹਿੰਦੇ ਮੇਰੀ ਜਿਹੜੀ ਸੁਰਤ ਸੀਗੀ ਹੈ ਨਾ ਮੁੜ ਕੇ ਫਿਰ ਕਹਿੰਦੇ ਸਰੀਰ ਦੇ ਵਿੱਚ ਆ ਗਈ ਸੀ। ਇਸ ਤਰ੍ਹਾਂ ਇੱਕ ਹੈ ਨਾ ਦਰਬਾਰ ਸਾਹਿਬ ਜੀ ਦੀ ਘਟਨਾ ਹੈਗੀ ਆ। ਦਰਬਾਰ ਸਾਹਿਬ ਦੀ ਘਟਨਾ ਦੇ ਵਿੱਚ ਇੱਕ ਜਿਹੜੇ ਸੱਜਣ ਸੀਗੇ ਉੱਥੇ ਸੇਵਾ ਕਰਦੇ ਹੁੰਦੇ ਸੀ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਿਹੜੇ ਬਜ਼ੁਰਗ ਸੀਗੇ ਜਦੋਂ ਉਹ ਪਰਿਕਰਮਾ ਤੋਂ ਬਾਹਰ ਜਾਂਦੇ ਹੁੰਦੇ ਸੀ ਤਾਂ ਉਹਨਾਂ ਨੂੰ ਜਮਦੂਤ ਜਿਹੜੇ ਸੀ ਦਿਖਾਈ ਦਿੰਦੇ ਹੁੰਦੇ ਸੀ। ਜਦੋਂ ਜਮਦੂਤ ਦਿਖਾਈ ਦਿੰਦੇ ਹੁੰਦੇ ਸੀ ਤਾਂ ਉਹ ਜਿਹੜਾ ਸੇਵ ਸੀਗਾ ਮੁੜ ਕੇ ਫਿਰ ਜਿਹੜਾ ਸੀਗਾ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਿਹੜਾ ਸੀ ਆ ਜਾਂਦਾ ਸੀਗਾ ਅਤੇ ਉੱਥੋਂ ਆ ਕੇ ਫਿਰ ਉਹਨਾਂ ਜਮਦੂਤਾਂ ਨੂੰ ਉੱਚੀ ਉੱਚੀ ਗਾਲਾਂ ਕੱਢਦਾ ਸੀਗਾ। ਅਤੇ ਪਰ ਜਿਹੜੇ ਜਮਦੂਤ ਸੀ ਕਿਉਂ ਉਹ ਜਿਹੜੇ ਸੀ ਬਾਹਰੋਂ ਦਿਖਾਈ ਦਿੰਦੇ ਹੁੰਦੇ ਸੀ ਪਰ ਅੰਦਰ ਆ ਨਹੀਂ ਸੀ ਸਕਦੇ। ਦੇਖੋ ਐਸੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈਗੀ ਆ। ਪਰ ਜਦੋਂ ਉਹ ਬਾਹਰ ਉਹ ਨਿਕਲਣ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਜਮਦੂਤ ਜਿਹੜੇ ਸੀਗੇ ਉਹਦੀ ਰੂਹ ਨੂੰ ਖਿੱਚ ਕੇ ਜਿਹੜਾ ਸੀਗਾ ਉਹ ਜਮ ਲੋਕ 'ਚ ਲਿਜਾਣਾ ਚਾਹੁੰਦੇ ਸੀ ਕਿਉਂਕਿ ਉਹਦਾ ਜਿਹੜਾ ਸਮਾਂ ਸੀਗਾ ਉਹ ਪੂਰਾ ਹੋ ਗਿਆ ਸੀਗਾ। ਪਰ ਜਦੋਂ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਸੀਗਾ ਫਿਰ ਉਸ ਨੂੰ ਬਜ਼ੁਰਗ ਨੂੰ ਕਹਿ ਦਿੱਤਾ ਸੀਗਾ ਕਿ ਇਹ ਜਦੋਂ ਸਮਾਂ ਨਿਕਲ ਗਏ ਨੇ ਆਪਣੇ ਆਪ ਹੀ ਚਲੇ ਜਾਣਾ ਹੈਗਾ, ਇਸ ਕਰਕੇ ਤੂੰ ਦਰਬਾਰ ਸਾਹਿਬ ਸੇਵਾ ਕਰੀ ਆ। ਦੇਖੋ ਜਿਹੜੇ ਬਜ਼ੁਰਗ ਸੀਗੇ ਇਸ ਤਰ੍ਹਾਂ ਨਾਲ ਦਰਬਾਰ ਸਾਹਿਬ ਜਿਹੜੀ ਸੀ ਸੇਵਾ ਕਰਦੇ ਹੁੰਦੇ ਸੀ। ਇਹ ਜਿਹੜੀ ਵਿਚਾਰ ਸੀਗੇ ਭਾਈ ਗੁਰੂ ਇਕਬਾਲ ਸੋਹਣਾ ਨੇ ਜਿਹੜੀ ਸੀਗੀ ਉਹ ਸਾਂਝੀ ਜਿਹੜੀ ਸੀ ਉਹ ਸੰਗਤ ਦੇ ਨਾਲ ਕੀਤੀ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਐਸੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਮਰਨ ਤੋਂ ਬਾਅਦ ਦੇ ਜੋ ਦ੍ਰਿਸ਼ ਹੈਗੇ ਆ ਉਹ ਕਈਆਂ ਗੁਰਸਿੱਖਾਂ ਪ੍ਰਾਣੀਆਂ ਨੇ ਆਪੋ ਆਪਣੇ ਸਾਂਝੇ ਕੀਤੇ ਆ। ਇੱਕ ਸੱਜਣ ਦਾਸ ਨੂੰ ਜਿਹੜੇ ਸੀ ਉਹ ਫੋਨ ਦੇ ਉੱਤੇ ਦੱਸਦੇ ਸੀਗੇ ਕਿ ਇੱਕ ਵਾਰ ਉਹਨਾਂ ਨੇ ਜਿਹੜਾ ਸੀਗਾ ਇਸ ਗੱਲ ਦੇ ਉੱਤੇ ਪ੍ਰੈਕਟੀਕਲ ਕੀਤਾ ਸੀ। ਉਹਨਾਂ ਦੇ ਜਿਹੜੇ ਸੱਜਣ ਸੀਗੇ ਕਹਿੰਦੇ ਮਿੱਤਰ ਸੀ, ਕਹਿੰਦੇ ਉਹ ਬਹੁਤ ਜ਼ਿਆਦਾ ਨਾਮ ਅਭਿਆਸੀ ਸੀ। ਕਹਿੰਦੇ ਮੈਂ ਉਹਨਾਂ ਨੂੰ ਇਹ ਗੱਲ ਆਖੀ ਸੀ ਕਿ ਤੁਸੀਂ ਇੰਨੇ ਨਾਮ ਅਭਿਆਸੀਆਂ ਕੀ ਮੈਨੂੰ ਜਾਣੀ ਕਿ ਨਾਮ ਤੋਂ ਸ਼ਕਤੀ ਦੇ ਨਾਲ ਨਾਮ ਦੀ ਜਿਹੜੀ ਹੈਗੀ ਆ ਉਹ ਤਾਕਤ ਦੇ ਨਾਲ ਮੈਨੂੰ ਉਹ ਲੋਕ ਜਿਹੜੇ ਐਸੇ ਦਿਖਾ ਸਕਦੇ ਆ ਜਿੱਥੋਂ ਜਿਹੜੀ ਆਤਮਾ ਹੈਗੀ ਆ ਉਹ ਜਾਂਦੀ ਹੈਗੀ ਆ। ਕਹਿੰਦੇ ਸੱਜਣ ਆਸ ਪੈ ਕਹਿੰਦੇ ਚਲੋ ਦੇਖਦੇ ਆ। ਕਹਿੰਦੇ ਉਹ ਮੇਰੇ ਨਾਲ ਹੀ ਰਾਤ ਰਹੇ ਸੀਗੇ। ਉਸ ਤੋਂ ਬਾਅਦ ਕਹਿੰਦੇ ਜਦ ਰਾਤ ਹੋਈ ਆ ਤਾਂ ਕਹਿੰਦੇ ਅਸੀਂ ਅਰਦਾਸ ਕੀਤੀ ਮੇਰੇ ਮਿੱਤਰ ਨੇ। ਉਸ ਤੋਂ ਬਾਅਦ ਕਹਿੰਦੇ ਅਸੀਂ ਦੋਨੇ ਜਿਹੜੇ ਸੀਗੇ ਇੱਕ ਜਗ੍ਹਾ ਸੌਂ ਗਏ। ਪਰ ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਇੱਕ ਬਹੁਤ ਭਰਾ ਪ੍ਰਕਾਸ਼ ਹੋਇਆ ਜਿਹਦੇ ਵਿੱਚ ਮੇਰੇ ਮਿੱਤਰ ਜਿਹੜੇ ਸੀਗੇ ਉਸ ਪ੍ਰਕਾਸ਼ ਦਾ ਹੀ ਰੂਪ ਹੋ ਕੇ ਉਹਦੇ ਵਿੱਚ ਹੀ ਸਮਾ ਗਿਆ ਸੀ। ਪਰ ਮੇਰੀ ਜਿਹੜੀ ਆਤਮਾ ਸੀ ਕਹਿੰਦੇ ਉਹ ਜਮ ਲੋਕ ਪਹੁੰਚ ਗਈ ਸੀ। ਜਦ ਜਮ ਲੋਕ ਪਹੁੰਚੀ ਸੀ ਤਾਂ ਕਹਿੰਦੇ ਉੱਥੇ ਦਾ ਦ੍ਰਿਸ਼ ਜਿਹੜਾ ਦੇਖ ਕੇ ਹੈ ਨਾ ਕਹਿੰਦੇ ਮੈਂ ਪੂਰੀ ਤਰ੍ਹਾਂ ਕੰਬ ਗਿਆ ਸੀਗਾ ਕਿ ਮੈਂ ਕਿਵੇਂ ਆ ਗਿਆ ਹੈ। ਕਹਿੰਦੇ ਫਿਰ ਮੈਂ ਜਿਹੜੇ ਜਮਦੂਤਾਂ ਨੂੰ ਆਖਿਆ ਸੀਗਾ ਕਿ ਮੇਰਾ ਇੱਕ ਮਿੱਤਰ ਹੈਗਾ ਅਤੇ ਉਹ ਜਿਹੜਾ ਸੀਗਾ ਉਹ ਮੈਨੂੰ ਇੱਥੇ ਦਿਖਾਈ ਨਹੀਂ ਦਿੰਦਾ, ਉਹ ਕਿੱਧਰ ਗਿਆ ਹੈਗਾ। ਕਹਿੰਦੇ ਉਹ ਕਹਿਣ ਲੱਗੇ ਕਿ ਉਹ ਜਿਹੜੇ ਨਾਮ ਅਭਿਆਸੀ ਮਹਾਂਪੁਰਖ ਹੈਗੇ ਆ ਉਹ ਆਪਣੇ ਲੋਕ ਦੇ ਵਿੱਚ ਚਲੇ ਗਏ, ਪਰ ਤੇਰਾ ਜਿਹੜਾ ਹੈਗਾ ਅਜੇ ਬਹੁਤ ਸਾਰਾ ਹਿਸਾਬ ਬਾਕੀ ਆ ਕਿਉਂਕਿ ਤੇਰੇ ਪਾਸ ਅਜੇ ਪਾਪਾਂ ਦੀ ਪੰਡ ਦਾ ਕਾਫੀ ਬੋਝ ਆ, ਇਸ ਕਰਕੇ ਤੈਨੂੰ ਹੈ ਨਾ ਇਸ ਲੋਕ ਦੇ ਵਿੱਚ ਜਿਹੜਾ ਹੈਗਾ ਉਹ ਆਉਣਾ ਪਿਆ ਹੈਗਾ।
ਕਹਿੰਦੇ ਜਿਹਨੂੰ ਦੇਖ ਕੇ ਮੈਂ ਪੂਰੀ ਤਰ੍ਹਾਂ ਜਿਹੜਾ ਸੀ ਡਰ ਗਿਆ ਸੀ। ਬਾਅਦ ਦੇ ਵਿੱਚ ਕਹਿੰਦੇ ਵੀ ਉੱਥੋਂ ਜਿਹੜੀ ਅੰਦਰੋਂ ਕਹਿੰਦੇ ਆਵਾਜ਼ ਆਈ ਸੀ ਨਾ, ਉਸ ਆਵਾਜ਼ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਭਾਈ ਇਹ ਬੰਦਾ ਜਿਹੜਾ ਹੈ ਇਹ ਕਾਮੀ ਪੁਰਸ਼ ਹੈਗਾ, ਇਹਨੂੰ ਜਿਹੜੀ ਹੈ ਨਾ ਕਾਮ ਵਾਸ਼ਨਾ ਹੈਗੀ ਆ ਉਹ ਪੂਰੀ ਤਰ੍ਹਾਂ ਸਤਾਉਂਦੀ ਆ, ਇਸ ਕਰਕੇ ਜਿਹੜਾ ਇਹਦਾ ਅੰਗ ਹੈ ਨਾ ਇਸ ਨੂੰ ਕਹਿੰਦੇ ਉਹ ਕੱਟ ਦਿੱਤਾ ਜਾਵੇ ਅਤੇ ਉਹਦੇ ਵਿੱਚ ਕਹਿੰਦੇ ਸੂਈਆਂ ਚੁੱਭੀਆਂ ਜਾਣ। ਜਦ ਕਹਿੰਦੇ ਇਹ ਗੱਲ ਹੋਈ ਸੀਗੀ, ਉਸ ਤੋਂ ਬਾਅਦ ਕਹਿੰਦੇ ਫਿਰ ਮੇਰੀਆਂ ਜਿਹੜੀਆਂ ਸੀਗੀਆਂ ਉੱਥੇ ਬਹੁਤ ਜ਼ਿਆਦਾ ਦੁਖਦਾਈ ਦੇ ਵਿੱਚ ਉੱਚੀ ਉੱਚੀ ਚੀਕਾਂ ਜਿਹੜੀਆਂ ਸੀ ਉਹ ਨਿਕਲਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਇਹੋ ਜਿਹੀ ਭਿਆਨਕ ਸਜ਼ਾ ਕਿ ਮੇਰੇ ਗੁਪਤ ਅੰਗ ਦੇ ਉੱਤੇ ਜਿਹੜੀ ਸੀ ਉਹ ਹਦਾਇਤ ਧਰਮਰਾਜ ਵੱਲੋਂ ਕੀਤੀ ਗਈ ਸੀ ਕਿ ਇਹਦੇ ਗੁਪਤ ਅੰਗ ਦੇ ਉੱਤੇ ਕਹਿੰਦੇ ਸੂਈਆਂ ਜਿਹੜੀਆਂ ਉਹ ਮਾਰੀਆਂ ਜਾਣ, ਚੁੱਭੀਆਂ ਜਾਣ। ਕਹਿੰਦੇ ਜਦੋਂ ਇੰਨੀ ਗੱਲ ਹੋਈ ਸੀ ਤਾਂ ਅਚਨਚੇਤ ਕਿਸੇ ਗੁਪਤ ਸ਼ਕਤੀ ਨੇ ਕਹਿੰਦੇ ਸੀਗੇ ਮੇਰੇ ਉੱਤੇ ਹੱਥ ਰੱਖ ਦਿੱਤਾ ਅਤੇ ਜਦ ਕਹਿੰਦੇ ਮੇਰੀ ਸੁਰਤ ਖੁੱਲ੍ਹੀ ਅਤੇ ਮੈਂ ਕੀ ਦੇਖਿਆ, ਮੈਂ ਮੁੜ ਕੇ ਫਿਰ ਹੈ ਨਾ ਆਪਣੇ ਸਰੀਰ ਦੇ ਵਿੱਚ ਆ ਗਿਆ ਸੀਗਾ। ਪਰ ਕਹਿੰਦੇ ਜਿਹੜਾ ਮੇਰਾ ਮਿੱਤਰ ਸੀਗਾ ਜਿਸ ਨੇ ਇਹ ਅਰਦਾਸ ਕੀਤੀ ਸੀਗੀ, ਜਿਸ ਨੂੰ ਮੈਂ ਆਖਿਆ ਸੀਗਾ ਕਿ ਮੌਤ ਤੋਂ ਬਾਅਦ ਜਿਹੜੇ ਕੀ ਤਜਰਬੇ ਹੁੰਦੇ ਆ, ਕਿਹੋ ਜਿਹੀ ਦੁਨੀਆ ਹੁੰਦੀ ਆ, ਜਿਸ ਨੇ ਮੈਨੂੰ ਆਪਣੇ ਤਪੋਬਲ ਦੇ ਨਾਲ ਕਹਿੰਦੇ ਇਹ ਸਾਰੀ ਜਿਹੜੀ ਘਟਨਾ ਸੀ ਸੁਣਾਈ ਸੀ। ਸੋ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਮੇਰਾ ਮਿੱਤਰ ਜਿਹੜਾ ਸੀ ਕਹਿੰਦਾ ਬੜਾ ਜਿਹੜਾ ਸੀ ਉਹ ਹੱਸਿਆ ਸੀਗਾ। ਉਹ ਕਹਿਣ ਲੱਗਾ ਕਹਿੰਦੇ ਭਾਈ ਦੁਨੀਆ ਕਹਿ ਦਿੰਦੀ ਆ ਕਿ ਭਾਈ ਇਹ ਜੱਗ ਮਿੱਠਾ ਅਗਲਾ ਕਹਿੰਦੇ ਡਿੱਠਾ। ਕਹਿੰਦੇ ਅਸਲ ਦੇ ਵਿੱਚ ਜੋ ਸੱਚਾਈ ਅਸਲ ਵਾ ਨਾ ਉਹ ਮਨ ਤੋਂ ਬਾਅਦ ਹੀ ਪਤਾ ਲੱਗਦੀ ਆ। ਇਸੇ ਕਰਕੇ ਸਾਨੂੰ ਜਾਣੀ ਕਿ ਮਹਾਂਪੁਰਖਾਂ ਨੇ ਆਖਿਆ ਹੈਗਾ ਕਿ ਜਿਉਣਾ ਝੂਠ ਹੈ, ਜਿਸ ਨੂੰ ਅਸੀਂ ਸੱਚ ਮੰਨਦੇ ਹਾਂ ਅਸਲ ਦੇ ਵਿੱਚ ਉਹ ਝੂਠ ਹੈ ਅਤੇ ਮਰਨਾ ਸੱਚ ਹੈ, ਕਿਉਂਕਿ ਅਸਲੀਅਤ ਜਿਹੜੀ ਅਸਲ ਵਾ ਨਾ ਉਹ ਮਨ ਤੋਂ ਬਾਅਦ ਹੀ ਪਤਾ ਲੱਗਦੀ ਆ। ਜਦੋਂ ਜਿਹੜੀ ਹੈ ਇਹ ਗੰਢ ਖੁੱਲ੍ਹਦੀ ਆ ਮਾਇਆ ਦੀ, ਫਿਰ ਪਤਾ ਲੱਗਦਾ ਹੈਗਾ ਕਿ ਅਸਲ ਦੇ ਵਿੱਚ ਮੈਂ ਜਿਸ ਕਾਰਜ ਲਈ ਵਾਹਿਗੁਰੂ ਨੇ ਮੈਨੂੰ ਸੰਸਾਰ 'ਚ ਭੇਜਿਆ ਸੀਗਾ ਉਹ ਕਾਰਜ ਤਾਂ ਮੈਂ ਕੀਤਾ ਨਹੀਂ, ਜਿਹਨੂੰ ਬਾਣੀ ਨੇ ਆਖਿਆ ਹੈ ਕਿ ਪ੍ਰਾਣੀ ਮੈਂ ਆਇਆ ਲਾਹਾ ਲੈਣ ਲੱਗਾ ਕਿ ਤੇ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਕਹਿੰਦੇ ਅਸੀਂ ਸੰਸਾਰ ਦੇ ਵਿੱਚ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ, ਪਰ ਜਦੋਂ ਸਮਾਂ ਲੰਘ ਜਾਂਦਾ ਹੈ ਨਾ ਫਿਰ ਜਿਹੜਾ ਹੈ ਨਾ ਪਛਤਾਉਣ ਤੋਂ ਬਾਅਦ ਜਿਹੜਾ ਹੈਗਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੇ ਪਛਤਾਏਂਗੇ ਪ੍ਰਾਣ ਜਾਏਂਗੇ ਛੂਟ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।